मैं स्वागत करदा जी श्री सतनाम सिंह जी माणक साडे विच पहुँच चुके ने। जोरदार ताड़ियां नाल एक बार स्वागत किया जाए। और मैं बेनती करदा प्रिंसीपल श्री नरेश कुमार धमान जी नूं कि वह फुल्लां दा गुलदस्ता भेंट करके श्री सतनाम सिंह जी माणक स्वागत करन। जोरदार ताड़ियां। बहुत घालना घाली है जी इन्हां ने और ये जिंदगी साडी नूं सेध देण आए ने। मैं इस दे नाल ही बेनती करना चाहुंदा श्री सतनाम सिंह जी माणक के वो अपना कुंजीवत भाषण देण। मैं अपने आप नूं बहुत वडभागी समझ रहा कि अजीत अदारे च कार्यकारी संपादक वजों काम कर रहे और पंजाबी जागृति मंच के जनरल सकत्तर ने श्री माणक जी। और मेरे ख्याल नाल कहते को शोभा नहीं देखा ही प्रवान जिन्नी कि इन्होंने पंजाबी कौम की पंजाबी माँ बोली की सेवा की है। मेरे ख्याल नाल मैनूं लगदा कि मेरे को अल्फाज भी नहीं जिन्हां मैं इन्हां दा स्वागत कर सकां। जोरदार ताड़ियां ऋणियां जिन्हां दे साडे विच आए ने। जोरदार ताड़ियां एक बार माणक जी वास्ते। दुआबा कॉलेज विच अज असीं कौमांतरी माँ बोली दिवस ते इकट्ठे होए हैं। दुआबा कॉलेज हमेशा पंजाबी जबान ते पंजाबी सभ्याचार लई अते होर भी अपने समाज दे पक्ष दे मसलिਆਂ ਲਈ विचार चर्चा कराई है। अकैडमिक पद्धर ते डिस्कशनस वगैरह करवाइयां और हर साल इस तरह का सिलसिला इत्थे चलदा रहिंदा। मैं समझदा कि अपनी जिहड़ी सिलेबसां दी पढ़ाई तो इलावा जिहड़ी इस तरह की पढ़ाई है ये भी बड़ा महत्व रखती है। इस संदर्भ च मैं प्रिंसीपल धमान जी नूं ते जर्नलिज्म डिपार्टमेंट की मुखी सिमरन जी नूं, इत्थों दे जिहड़े स्टाफ मैंबर ने होर ते विद्यार्थियों नूं इस गल की बधाई दिंदा कि वो एक अजिही संस्था नाल जुड़े हुए हैं जिहड़े समाज के पक्ष के मसलिਆਂ प्रति सुचेत है ते सजग है। अज असीं कौमांतरी माँ बोली दिवस ते जुड़े हाँ ते असीं भारती प्रसंग विच खेतरी भाषावां दा की महत्व है, संचार के पक्ष तो लोगों के विकास के पक्ष तो ये बारे च गलबात करांगे। मैं अपना ज़्यादा वेरवे तो बिना अपना कुंजीवत भाषण शुरू करदा। मैं चंगी तरह जानता हाँ कि विश्वीकरण ਅਤੇ ਉਦਾਰੀਕਰਨ ਦੇ इस दौर ਵਿੱਚ ਭਾਰਤੀ ਖੇਤਰੀ ਭਾਸ਼ਾਵਾਂ ਜਾਂ ਪੰਜਾਬੀ ਦੇ ਵਿਕਾਸ ਤੇ ਪ੍ਰਚਾਰ ਦੀ ਗੱਲ ਕਰਨਾ ਕੇਂਦਰ ਵਿੱਚ ਸੱਤਾਧਾਰੀ ਬਹੁਤ ਸਾਰੇ ਹੁਕਮਰਾਨਾਂ ਤੇ ਦੇਸ਼ ਦੇ ਕੁਲੀਨ ਬੁੱਧੀਜੀਵੀ ਵਰਗ ਨੂੰ ਲਕੀਰ ਪਿੱਟਣ ਵਾਂਗ ਲੱਗਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਵਿਸ਼ਵੀਕਰਨ ਅਤੇ ਉਦਾਰੀਕਰਨ ਤੇ ਆਧਾਰਿਤ ਵਿਕਾਸ ਦਾ ਕਾਰਪੋਰੇਟ ਮਾਡਲ ਜੋ 1991 ਤੋਂ ਭਾਰਤ ਨੇ ਚੁਣ ਲਿਆ ਹੈ ਇਹ ਅੰਤਮ ਸੱਚ ਹੈ। ਸਾਇੰਸ ਤਕਨੋਲੋਜੀ ਅਤੇ ਸੂਚਨਾ ਕ੍ਰਾਂਤੀ ਦੇ ਇਸ ਨਵੇਂ ਦੌਰ ਵਿੱਚ ਪੂਰੀ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ ਤੇ ਇਸ ਪਿੰਡ ਦੀ ਭਾਸ਼ਾ ਅੰਗਰੇਜ਼ੀ ਤੈਅ ਹੋ ਚੁੱਕੀ ਹੈ। ਇਸ ਲਈ ਦੁਨੀਆ ਦੀਆਂ ਹੋਰ ਕੌਮੀ ਤੇ ਖੇਤਰੀ ਭਾਸ਼ਾਵਾਂ ਦਾ ਹੁਣ ਕੋਈ ਬਹੁਤਾ ਮਹੱਤਵ ਨਹੀਂ ਰਿਹਾ। ਸਮੇਂ ਦੇ ਬੀਤਣ ਨਾਲ ਜਿਵੇਂ ਬਹੁਤ ਸਾਰੇ ਕੰਮ ਧੰਦੇ ਖਤਮ ਹੋ ਜਾਂਦੇ ਹਨ ਉਸੇ ਤਰ੍ਹਾਂ ਇਹਨਾਂ ਭਾਸ਼ਾਵਾਂ ਦਾ ਖਤਮ ਹੋ ਜਾਣਾ ਵੀ ਤੈਅ ਹੈ। ਇਸ ਲਈ ਖੇਤਰੀ ਭਾਸ਼ਾਵਾਂ ਦੇ ਭਵਿੱਖ ਸੰਬੰਧੀ ਕੋਈ ਚੀਕ ਚਿਹਾੜਾ ਪਾਉਣ ਦੀ ਹੁਣ ਕੋਈ ਲੋੜ ਨਹੀਂ ਹੈ। ਸਾਨੂੰ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣੀ ਚਾਹੀਦੀ ਹੈ। ਅੰਗਰੇਜ਼ੀ ਦੇ ਸੁਪਨੇ ਲੈਣੇ ਚਾਹੀਦੇ ਹਨ ਤੇ ਅੰਗਰੇਜ਼ੀ ਪੜ੍ਹਨ ਨਾਲ ਹੀ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਭਾਰਤੀ ਐਲੀਟ ਕਲਾਸ ਦੀ ਇਹ ਸੋਚ ਹੈ। ਵਿਚਾਰਧਾਰਕ ਤੌਰ ਤੇ ਦੇਸ਼ ਦੇ ਕੁਲੀਨ ਬੁੱਧੀਜੀਵੀ ਵਰਗ ਦੀ ਇਹ ਸੋਚ ਅਤੇ ਧਾਰਨਾ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਸਪਸ਼ਟ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਭਾਰਤ ਇੱਕ ਬਹੁ ਕੌਮੀ ਦੇਸ਼ ਹੈ। ਇਸ ਦੇ ਵੱਖ-ਵੱਖ ਭਾਸ਼ਾਈ ਰਾਜ ਵੱਖ-ਵੱਖ ਕੌਮੀਅਤਾਂ ਦੇ ਘਰ ਹਨ। ਇਹਨਾਂ ਕੌਮੀਅਤਾਂ ਦਾ ਆਪਣਾ ਭੂਗੋਲਿਕ ਖਿੱਤਾ, ਆਪਣਾ ਇਤਿਹਾਸ, ਆਪਣਾ ਸਾਂਝਾ ਆਰਥਿਕ ਜੀਵਨ, ਆਪਣਾ ਵਿਰਸਾ ਤੇ ਸੱਭਿਆਚਾਰ ਹੈ। ਇਹਨਾਂ ਦੀਆਂ ਆਪਣੀਆਂ ਵੱਖੋ ਵੱਖਰੀਆਂ ਭਾਸ਼ਾਵਾਂ ਹਨ। ਇਹ ਕੌਮੀਅਤਾਂ ਮਿਲ ਕੇ ਹੀ ਭਾਰਤ ਦੇਸ਼ ਬਣਾਉਂਦੀਆਂ ਹਨ। ਇਹਨਾਂ ਦੀਆਂ ਭਾਸ਼ਾਵਾਂ ਇਹਨਾਂ ਦੀ ਕੌਮੀ ਪਛਾਣ ਦਾ ਹਿੱਸਾ ਹਨ। ਇਹਨਾਂ ਦੇ ਸਮੂਹਿਕ ਵਿਕਾਸ ਦਾ ਰਸਤਾ ਇਹਨਾਂ ਦੀਆਂ ਭਾਸ਼ਾਵਾਂ ਦੇ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ। ਇਹ ਠੀਕ ਹੈ ਕਿ ਇਹਨਾਂ ਕੌਮੀਅਤਾਂ ਨੂੰ ਕੇਂਦਰੀ ਸਰਕਾਰ ਨਾਲ ਅਤੇ ਦੇਸ਼ ਦੀਆਂ ਦੂਜੀਆਂ ਕੌਮੀਅਤਾਂ ਨਾਲ ਸੰਪਰਕ ਰੱਖਣ ਲਈ ਇੱਕ ਸਾਂਝੀ ਸੰਪਰਕ ਭਾਸ਼ਾ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਇੱਕ ਦੇਸ਼ ਵਜੋਂ ਭਾਰਤ ਨੂੰ ਦੂਜੇ ਦੇਸ਼ਾਂ ਨਾਲ ਸੰਪਰਕ ਰੱਖਣ ਲਈ ਇੱਕ ਕੌਮਾਂਤਰੀ ਜ਼ਬਾਨ ਦੀ ਵੀ ਲੋੜ ਹੈ। ਇਸ ਲਈ ਸਾਨੂੰ ਹਿੰਦੀ ਅਤੇ ਅੰਗਰੇਜ਼ੀ ਦੀ ਤਾਲੀਮ ਲੈਣ ਦੀ ਵੀ ਜ਼ਰੂਰਤ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਲਈ ਵੀ ਅੰਗਰੇਜ਼ੀ ਸਿੱਖਣ ਦੀ ਲੋੜ ਹੈ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਦੇਸ਼ ਦੀਆਂ ਵੱਖ-ਵੱਖ ਕੌਮੀਅਤਾਂ ਆਪਣੀਆਂ ਭਾਸ਼ਾਵਾਂ ਨੂੰ ਛੱਡ ਕੇ
ਦੇਸ਼ ਦੀ ਸੰਪਰਕ ਭਾਸ਼ਾ ਨੂੰ ਹੀ ਆਪਣੀ ਭਾਸ਼ਾ ਬਣਾ ਲੈਣ ਜਾਂ ਕਿਸੇ ਕੌਮਾਂਤਰੀ ਭਾਸ਼ਾ ਨੂੰ ਹੀ ਆਪਣੀ ਭਾਸ਼ਾ ਮੰਨ ਲੈਣ। ਜੇਕਰ ਅਜਿਹਾ ਕਰਨ ਦਾ ਦੁঃਸਾਹਸ ਕੀਤਾ ਜਾਂਦਾ ਹੈ ਤਾਂ ਦੇਸ਼ ਦੀਆਂ ਵੱਖ-ਵੱਖ ਕੌਮੀਅਤਾਂ ਦਾ ਸਮੂਹਿਕ ਵਿਕਾਸ ਹੋਣਾ ਸੰਭਵ ਨਹੀਂ ਹੈ ਤੇ ਨਾ ਹੀ ਉਹਨਾਂ ਦੀ ਪਛਾਣ ਸੁਰੱਖਿਅਤ ਰਹਿ ਸਕਦੀ ਹੈ। ਕੌਮਾਂਤਰੀ ਪੱਧਰ ਤੇ ਯੂਨੈਸਕੋ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ ਕਿ ਮਨੁੱਖੀ ਸਭਿਅਤਾ ਦੇ ਸਮੂਹਿਕ ਤੇ ਸੰਤੁਲਿਤ ਵਿਕਾਸ ਲਈ ਅਤੇ ਦੁਨੀਆ ਦੀਆਂ ਵੱਖ-ਵੱਖ ਕੌਮੀਅਤਾਂ ਦੇ ਸੱਭਿਆਚਾਰਾਂ ਤੇ ਉਹਨਾਂ ਦੀਆਂ ਪਛਾਣਾਂ ਨੂੰ ਕਾਇਮ ਰੱਖਣ ਲਈ ਵੱਖ-ਵੱਖ ਦੇਸ਼ਾਂ ਅੰਦਰਲੀਆਂ ਖੇਤਰੀ ਅਤੇ ਘੱਟ ਗਿਣਤੀ ਜ਼ਬਾਨਾਂ ਨੂੰ ਵਿਕਸਿਤ ਕਰਨਾ ਜ਼ਰੂਰੀ ਹੈ। ਇਸ ਮਕਸਦ ਲਈ ਉਹਨਾਂ ਨੂੰ ਸਿੱਖਿਆ ਅਤੇ ਪ੍ਰਸ਼ਾਸਨਾਂ ਵਿੱਚ ਪੂਰਾ ਸਥਾਨ ਦੇਣਾ ਚਾਹੀਦਾ ਹੈ। ਯੂਰਪੀਅਨ ਯੂਨੀਅਨ ਬਾਰੇ ਸਾਡੀ ਇਹ ਧਾਰਨਾ ਬਣੀ ਹੋਈ ਹੈ ਜਿਵੇਂ ਉੱਥੇ ਸਿਰਫ ਅੰਗਰੇਜ਼ੀ ਦਾ ਹੀ ਬੋਲਬਾਲਾ ਹੈ, ਪਰ ਜੇਕਰ ਅਸੀਂ ਇਸ ਸੰਬੰਧੀ ਬਰੀਕੀ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਯੂਰਪ ਦੀਆਂ ਕੁੱਲ 90 ਦੇ ਲਗਭਗ ਭਾਸ਼ਾਵਾਂ ਹਨ ਤੇ ਇਹਨਾਂ ਵਿੱਚੋਂ ਉੱਦਾਂ ਤਾਂ 600 ਦੇ ਲਗਭਗ ਭਾਸ਼ਾਵਾਂ ਹਨ, ਪਰ ਮੁੱਖ ਭਾਸ਼ਾਵਾਂ ਯੂਰਪ ਦੀਆਂ 90 ਦੇ ਲਗਭਗ ਹੈ ਤੇ ਇਹਨਾਂ ਵਿੱਚੋਂ 60 ਦੇ ਲਗਭਗ ਖੇਤਰੀ ਜਾਂ ਘੱਟ ਗਿਣਤੀ ਭਾਸ਼ਾਵਾਂ ਹਨ। ਇਹ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਸਿੱਖਿਆ, ਪ੍ਰਸ਼ਾਸਨ ਤੇ ਨਿਆਂ ਉਹਨਾਂ ਦੀਆਂ ਜ਼ਬਾਨਾਂ ਵਿੱਚ ਮੁਹੱਈਆ ਕਰਨ ਲਈ ਯੂਰਪੀਅਨ ਚਾਰਟਰ ਆਫ ਰੀਜਨਲ ਔਰ ਮਾਈਨੋਰਟੀ ਲੈਂਗੁਏਜਿਸ ਨਾਂ ਦਾ ਦਸਤਾਵੇਜ਼ ਪ੍ਰਵਾਨ ਕੀਤਾ ਗਿਆ। ਇਸੇ ਤਰ੍ਹਾਂ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ ਸੰਸਥਾ ਚਾਰਟਰ ਆਫ ਰੀਜਨ ਦੀ ਸੱਭਿਆਚਾਰ ਤੇ ਸਿੱਖਿਆ ਸੰਬੰਧੀ ਕਮੇਟੀ ਨੇ ਖੇਤਰੀ ਅਤੇ ਘੱਟ ਗਿਣਤੀ ਭਾਸ਼ਾਵਾਂ ਸੰਬੰਧੀ ਆਪਣੀ 22 ਜਨਵਰੀ 2010 ਨੂੰ ਬੈਲਜੀਅਮ ਵਿੱਚ ਹੋਈ ਮੀਟਿੰਗ ਵਿੱਚ ਇੱਕ ਦਸਤਾਵੇਜ਼ ਪ੍ਰਵਾਨ ਕੀਤਾ ਹੈ ਜਿਸ ਵਿੱਚ ਖੇਤਰੀ ਤੇ ਘੱਟ ਗਿਣਤੀ ਭਾਸ਼ਾਵਾਂ ਨੂੰ ਯੂਰਪ ਦੇ ਵਿਕਾਸ ਲਈ ਕੀਮਤੀ ਸਰੋਤ ਮੰਨਿਆ ਗਿਆ ਹੈ ਤੇ ਉਹਨਾਂ ਦੇ ਪ੍ਰਚਾਰ ਪ੍ਰਸਾਰ ਤੇ ਜ਼ੋਰ ਦਿੱਤਾ ਗਿਆ ਹੈ। ਦੂਜੀ ਗੱਲ ਇਹ ਵੀ ਮੈਂ ਕਹਿਣੀ ਚਾਹੁੰਦਾ ਹਾਂ ਕਿ ਵਿਸ਼ਵੀਕਰਨ ਤੇ ਉਦਾਰੀਕਰਨ ਦੇ ਆਧਾਰਿਤ ਵਿਕਾਸ ਦਾ ਜਿਹੜਾ ਕਾਰਪੋਰੇਟ ਮਾਡਲ 1991 ਵਿੱਚ ਅਸੀਂ ਚੁਣਿਆ ਹੈ ਉਹ ਦੁਨੀਆ ਦਾ ਅੰਤਮ ਸੱਚ ਨਹੀਂ ਹੈ, ਭਾਵੇਂ ਕਿ ਸਾਡੇ ਬਹੁਤ ਸਾਰੇ ਕੇਂਦਰੀ ਹੁਕਮਰਾਨਾਂ ਅਤੇ ਦੇਸ਼ ਦੇ ਕੁਲੀਨ ਬੁੱਧੀਜੀਵੀ ਵਰਗ ਦੇ ਇਹ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਿਕਾਸ ਦੇ ਇਸ ਕਾਰਪੋਰੇਟ ਮਾਡਲ ਦਾ ਦੁਨੀਆ ਭਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਦੁਨੀਆ ਦੇ ਵਿਕਸਿਤ ਦੇਸ਼ਾਂ ਵੱਲੋਂ ਇਸ ਕਾਰਪੋਰੇਟ ਮਾਡਲ ਨੂੰ ਅੱਗੇ ਵਧਾਉਣ ਲਈ ਜਿਹੜੇ ਵੀ ਦੇਸ਼ ਵਿੱਚ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ ਉੱਥੇ ਹੀ ਵੱਡੀ ਪੱਧਰ ਤੇ ਲੋਕ ਵਿਖਾਵੇ ਕਰਨ ਲਈ ਪਹੁੰਚ ਜਾਂਦੇ ਸਨ ਅਤੇ ਮੀਟਿੰਗਾਂ ਕਰਨ ਵਾਲੇ ਨੇਤਾਵਾਂ ਨੂੰ ਸੁਰੱਖਿਆ ਦੇਣੀ ਪੈਂਦੀ ਸੀ। ਇਸੇ ਕਰਕੇ ਪਿਛਲੇ ਸਮੇਂ ਵਿੱਚ ਵਿਕਸਿਤ ਦੇਸ਼ਾਂ ਦੇ ਹੁਕਮਰਾਨਾਂ ਦੀਆਂ ਇਸ ਸੰਬੰਧੀ ਬਹੁਤ ਸਾਰੀਆਂ ਮੀਟਿੰਗਾਂ ਅਜਿਹੇ ਦੇਸ਼ਾਂ ਵਿੱਚ ਹੋਈਆਂ ਹਨ ਜਿਨ੍ਹਾਂ ਵਿੱਚ ਜਮਹੂਰੀਅਤ ਨਹੀਂ ਹੈ। ਭਾਰਤ ਵਿੱਚ ਵੀ ਭਾਵੇਂ ਬਹੁਤ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਵਿਕਾਸ ਦੇ ਇਸ ਮਾਡਲ ਦੀ ਪੈਰਵੀ ਕਰ ਰਹੀਆਂ ਹਨ, ਪਰ ਆਮ ਲੋਕਾਂ ਵਿੱਚ ਦਿਨੋਂ ਦਿਨ ਇਸ ਦਾ ਵਿਰੋਧ ਵੱਧ ਰਿਹਾ ਹੈ। ਹੇਠਲੀ ਪੱਧਰ ਤੇ ਲੋਕਾਂ ਨਾਲ ਜੁੜੇ ਬਹੁਤ ਸਾਰੇ ਬੁੱਧੀਜੀਵੀ ਵਰਗ ਇਹ ਮਹਿਸੂਸ ਕਰਦੇ ਹਨ ਵਿਕਾਸ ਦੇ ਇਸ ਮਾਡਲ ਨਾਲ ਆਰਥਿਕ ਅਸਮਾਨਤਾਵਾਂ ਵਿੱਚ ਤਿੱਖਾ ਵਾਧਾ ਹੋਇਆ। ਹੁਣ ਕੌਮਾਂਤਰੀ ਸੰਸਥਾ ਨੇ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਇੱਕ ਰਿਪੋਰਟ ਹੁਣੇ ਆਈ ਹੈ, ਮੇਰੇ ਖਿਆਲ ਆਕਸਫੈਮ ਸ਼ਾਇਦ ਸੰਸਥਾ ਦਾ ਨਾਂ ਆ, ਜਿਸ ਵਿੱਚ ਕਿਹਾ ਗਿਆ ਕਿ 62 ਧਨਵਾਨਾਂ ਕੋਲ ਦੁਨੀਆ ਦੇ 3.5 ਅਰਬ ਲੋਕਾਂ ਦੇ ਬਰਾਬਰ ਪੂੰਜੀ ਇਕੱਠੀ ਹੋ ਗਈ ਹੈ। ਆਰਥਿਕਤਾ ਦੇ ਇਸ ਕੇਂਦਰੀਕਰਨ ਕਾਰਨ ਹੀ ਦੁਨੀਆ ਦੀਆਂ ਬਰੂਹਾਂ ਤੇ ਇੱਕ ਹੋਰ ਆਰਥਿਕ ਮੰਦੀ ਦਸਤਕ ਦੇ ਰਹੀ ਹੈ, ਕਿਉਂਕਿ ਦੁਨੀਆ ਭਰ ਦੇ ਲੋਕਾਂ ਦੀ ਖਰੀਦ ਸ਼ਕਤੀ ਵੱਧ ਰਹੀ ਹੈ ਤੇ ਦੁਨੀਆ ਦੀ ਜਿਹੜੀ ਪੂੰਜੀ ਆ, ਸੰਪਤੀ ਆ, ਉਹ ਜਿਹੜੇ ਆ ਕੁਝ ਸੈਂਕੜੇ ਜਾਂ ਇੱਥੋਂ ਤੱਕ ਕਿ 62 ਲੋਕਾਂ ਕੋਲ 3.5 ਅਰਬ ਆਬਾਦੀ ਦੇ ਬਰਾਬਰ ਜਿਹੜੀ ਸੰਪਤੀ ਇਕੱਠੀ ਹੋ ਗਈ ਹੈ। ਭਾਰਤ ਵਿੱਚ ਵੀ ਕਾਰਪੋਰੇਟ ਮਾਡਲ ਕਾਰਨ ਆਰਥਿਕ ਅਸਮਾਨਤਾਵਾਂ ਤੇਜ਼ੀ ਨਾਲ ਵਧੀਆਂ ਹਨ। ਦੇਸ਼ ਦੇ ਕੁਦਰਤੀ ਸਾਧਨਾਂ ਦੀ ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਹੱਥੋਂ ਵੱਡੀ ਪੱਧਰ ਤੇ ਲੁੱਟ ਖਸੁੱਟ ਹੋਈ ਹੈ। ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਵਿੱਚੋਂ ਬਾਹਰ ਹੋ ਗਈਆਂ ਹਨ। ਬਹੁ ਪ੍ਰਚਾਰੀ ਜਾਂਦੀ ਦੇਸ਼ ਦੀ 7-8% ਵਿਕਾਸ ਦਰ ਸਮੁੱਚੇ ਦੇਸ਼ ਦੀ ਵਿਕਾਸ ਦਰ ਨਾ ਹੋ ਕੇ 7-8% ਲੋਕਾਂ ਦੀ ਹੀ ਵਿਕਾਸ ਦਰ ਸਿੱਧ ਹੋ ਰਹੀ ਹੈ। ਇਸ ਸੰਦਰਭ ਵਿੱਚ ਹੀ ਦੇਸ਼ ਦੀਆਂ ਵਿਕਾਸ ਨੀਤੀਆਂ ਤੇ ਦੇਸ਼ ਦੀਆਂ ਵਿਦਿਅਕ ਨੀਤੀਆਂ ਨੂੰ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਢਾਂਚੇ ਵਿੱਚ ਢਾਲਣ ਲਈ ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਸੈਮ ਪਤਰੋਦਾ ਦੀ ਅਗਵਾਈ ਵਿੱਚ ਜਿਹੜਾ ਨਾਲੇਜ ਕਮਿਸ਼ਨ ਬਣਾਇਆ ਗਿਆ ਸੀ, ਕੁਝ ਸਾਲ ਬਾਅਦ ਉਸ ਦੇ ਵਾਈਸ ਚੇਅਰਮੈਨ ਪੁਸ਼ਪਾ ਐਮ ਭਾਰਗਵ ਜਿਹੜੇ ਕਿ ਦੇਸ਼ ਦੇ ਉੱਘੇ ਵਿਗਿਆਨੀ ਹਨ ਨੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ ਨਾਲੇਜ ਕਮਿਸ਼ਨ ਦੇ ਕੰਮਕਾਜ ਅਤੇ ਇਸ ਦੀ ਦਿਸ਼ਾ ਸੰਬੰਧੀ ਗੰਭੀਰ ਇਤਰਾਜ਼ ਪ੍ਰਗਟ ਕੀਤੇ ਸਨ। ਇਸ ਸੰਬੰਧੀ ਉਹਨਾਂ ਨੇ 26 ਜਨਵਰੀ 1911 ਨੂੰ ਮੇਨ ਸਟਰੀਮ ਵਿੱਚ ਇੰਡੀਪੈਂਡੈਂਸ 1 ਇੰਡੀਪੈਂਡੈਂਸ ਲੌਸਟ ਨਾਂ ਦੇ ਸਿਰਲੇਖ ਹੇਠ ਇੱਕ ਲੇਖ ਲਿਖਿਆ ਸੀ। ਉਸ ਵਿੱਚ ਸਪਸ਼ਟ ਤੌਰ 'ਤੇ ਦੋਸ਼ ਲਾਏ ਗਏ ਸਨ ਕਿ 1947 ਵਿੱਚ ਜਿਹੜੀ ਆਜ਼ਾਦੀ ਦੇਸ਼ ਦੇ ਲੋਕਾਂ ਨੇ ਸਖਤ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤੀ ਸੀ, ਉਹ ਅਸੀਂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਂ 'ਤੇ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਵਿਕਾਸ ਮਾਡਲ ਨਾਲ ਗੁਆਉਂਦੇ ਜਾ ਰਹੇ ਹਾਂ। ਉਹਨਾਂ ਦਾ ਸਾਰਾ ਹੀ ਲੇਖ ਬਹੁਤ ਪੜ੍ਹਨ ਵਾਲਾ ਹੈ ਕਿ ਕਿਸ ਤਰ੍ਹਾਂ ਸਾਡੇ ਕੇਂਦਰੀ ਹੁਕਮਰਾਨ ਦੇਸ਼ ਨੂੰ ਵੱਖ-ਵੱਖ ਖੇਤਰਾਂ ਵਿੱਚ ਸਵੈ ਨਿਰਭਰ ਬਣਾਉਣ ਅਤੇ ਦੇਸ਼ ਦੇ ਸਮੂਹਿਕ ਹਿੱਤਾਂ ਵਿੱਚ ਫੈਸਲੇ ਲੈਣ ਦੀ ਥਾਂ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਦੇ ਹਿੱਤਾਂ ਮੁਤਾਬਕ ਆਪਣੀਆਂ ਨੀਤੀਆਂ ਨੂੰ ਢਾਲਣ ਦੇ ਰਾਹ ਪਏ ਹਨ।
ਪੁਸ਼ਪਾ ਐਮ ਭਾਰਗਮ ਲਿਖਦੇ ਹਨ, ਮਾਈ ਮੇਜਰ ਪ੍ਰੋਬਲਮ ਵਿਦ ਦੀ NKC ਨੈਸ਼ਨਲ ਜਿਹੜਾ ਨੌਲੇਜ ਕਮਿਸ਼ਨ ਹੈ ਉਹਦੇ ਬਾਰੇ ਕਹਿੰਦੇ ਆ, ਅਪੁਆਇੰਟਡ ਬਾਈ ਦੀ ਪ੍ਰਾਈਮ ਮਿਨਿਸਟਰ ਵਿਦ ਸੈਮ ਪਤਰੋਦਾ ਐਜ਼ ਦੀ ਚੇਅਰਮੈਨ ਵਾਜ਼ ਦੈਟ ਦੀ ਡਿਸੀਜ਼ਨਸ ਇਟ ਟੁਕ ਸੀਮ ਟੂ ਬੀ ਮੋਰ ਇਨ ਦੀ ਇੰਟਰਸਟ ਆਫ ਦੀ US than in our interest. In fact, we hardly had any meeting of the commission at which one or more Americans were not present. The approval of the entire commission for the presence was never obtained. ਉਹ ਕੌਣ ਲੋਕ ਉੱਥੇ ਆਉਂਦੇ ਸੀ, ਕੌਣ ਬੈਠਦੇ ਸੀ, ਕੀ ਸਟੇਟਸ ਸੀ, ਉਹਦਾ ਕਿਸੇ ਨੂੰ ਪਤਾ ਨਹੀਂ। ਦੇਸ਼ ਦੀ ਜਿਹੜੀ ਹਾਈਐਸਟ ਬਾਡੀ ਸੀ ਨੌਲੇਜ ਕਮਿਸ਼ਨ, ਉਹਦੇ ਬਾਰੇ ਉਹ ਲਿਖ ਰਹੇ ਆ। ਉਹਦੇ ਵਾਈਸ ਪ੍ਰੈਜ਼ੀਡੈਂਟ ਸੀਗੇ। ਕਮਿਸ਼ਨ ਦੇ ਕੰਮਕਾਜ ਸੰਬੰਧੀ ਇੱਕ ਹੋਰ ਮਿਸਾਲ ਦਿੰਦੇ ਆ, ਉਹ ਕਹਿੰਦੇ ਹਨ, for example, it was decided in the meeting on organic agriculture that we would convert one of the existing ICAR institutes to an Institute of Organic Agriculture. This would, however, not be in the interest of the US, so we have not done it. Several US multinationals have been interested in making their pesticides in India, so we have ignored integrated pest management and biopesticides which have been shown by the ICAR to work for 25 or so crops including cotton and brinjal. For this reason alone, we did not need genetically engineered BT cotton and BT brinjal. A legitimate question that may therefore be asked is as to why the technology of integrated pest management and biopesticide developed by the ICAR is not being popularized. The only answer would be that our doing so would be against the interest of the US-based multinational wanting to sell their far more expensive and harmful so-called insect-resistant genetically manipulated GM crops. ਉਹਨਾਂ ਨੇ ਕਿਹਾ ਕਿ ਨੌਲੇਜ ਕਮਿਸ਼ਨ ਦੇ ਵਿੱਚ ਅਸੀਂ ਜਿਹੜੀਆਂ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਾਏ ਸੀ ਜਿਹਦੇ 'ਚ ਸਾਨੂੰ BT ਕ੍ਰੌਪਸ ਦੀ ਲੋੜ ਨਹੀਂ ਸੀ, ਸਾਨੂੰ ਕੀਟਨਾਸ਼ਕ ਨਦੀਨਾਸ਼ਕ ਲੈਣ ਦੀ ਲੋੜ ਨਹੀਂ ਸੀ, ਸਾਨੂੰ ਕੈਮੀਕਲ ਖਾਦਾਂ ਦੀ ਲੋੜ ਨਹੀਂ ਸੀਗੀ। ਜਿਹੜੀ ਆਰਗੈਨਿਕ ਫਾਰਮ ਦੇ ਜਿਹੜੇ ਪੈਟਰਨ ਪ੍ਰੋਜੈਕਟ ਡਿਵੈਲਪ ਕੀਤੇ ਸੀਗੇ, ਉਹਨਾਂ ਨੂੰ ਨੌਲੇਜ ਕਮਿਸ਼ਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਪਿਛਲੇ ਸਮੇਂ ਵਿੱਚ ਵਿਦਵਾਨ ਲੇਖਕਾਂ ਦੇ ਆਊਟਲੁੱਕ, ਫਰੰਟਲਾਈਨ, ਦਾ ਹਿੰਦੂ ਆਦਿ ਅਖਬਾਰਾਂ ਵਿੱਚ ਅਨੇਕਾਂ ਲੇਖ ਛਪੇ ਹਨ, ਜਿਨ੍ਹਾਂ ਵਿੱਚ ਦੇਸ਼ ਵਿੱਚ ਫੈਲੇ ਨਕਸਲਵਾਦ, ਵੱਡੀ ਪੱਧਰ 'ਤੇ ਵਧੇ ਭ੍ਰਿਸ਼ਟਾਚਾਰ ਅਤੇ 3 ਲੱਖ ਦੇ ਲਗਭਗ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਲਈ ਵਿਕਾਸ ਦੇ ਇਸੇ ਕਾਰਪੋਰੇਟ ਮਾਡਲ ਅਤੇ ਇਸ 'ਤੇ ਆਧਾਰਿਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਭਾਰਤ ਹੀ ਨਹੀਂ, ਹੁਣ ਤਾਂ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੇ ਬੁੱਧੀਜੀਵੀਆਂ ਵੱਲੋਂ ਵੀ ਇਹ ਆਵਾਜ਼ ਉਠਾਈ ਜਾਣ ਲੱਗ ਪਈ ਹੈ ਕਿ ਨਵ ਆਧਾਰਵਾਦ 'ਤੇ ਆਧਾਰਿਤ ਇਸ ਵਿਕਾਸ ਮਾਡਲ ਦਾ ਕੋਈ ਭਵਿੱਖ ਨਹੀਂ ਹੈ। ਇਹ ਪੂਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਸੰਬੰਧ ਵਿੱਚ 2 ਕਿਤਾਬਾਂ ਪ੍ਰਕਾਸ਼ਿਤ ਹੋਈਆਂ, ਦੀ ਰਾਈਜ਼ ਐਂਡ ਫਾਲ ਆਫ ਦੀ ਨਿਊ ਲਿਬਰਲਿਜ਼ਮ, ਦੀ ਕਲੈਪਸ ਆਫ ਐਨ ਇਕਨੋਮਿਕ ਆਰਡਰ। ਦੂਜੀ ਪੁਸਤਕ ਦੀ ਡਾਰਕ ਸਾਈਡ ਆਫ ਗਲੋਬਲਾਈਜੇਸ਼ਨ ਬਾਜ਼ਾਰ ਵਿੱਚ ਆਈਆਂ ਹਨ। ਇਹਨਾਂ ਵਿੱਚੋਂ ਪਹਿਲੀ ਪੁਸਤਕ ਜਿਹੜੀ ਕਿ ਕੇਨ ਬਿਰਚ ਅਤੇ ਵਿਲਾਦ ਮਿਖਨੈਨਕੋ ਵੱਲੋਂ ਸਾਂਝੇ ਤੌਰ 'ਤੇ ਸੰਪਾਦਿਤ ਕੀਤੀ ਗਈ ਹੈ, ਇਸ ਵਿੱਚ ਉਹਨਾਂ ਦੇ ਆਪਣੇ ਲੇਖਾਂ ਸਮੇਤ ਹੋਰ ਵਿਦਵਾਨਾਂ ਦੇ 12 ਲੇਖ ਸ਼ਾਮਲ ਹਨ। ਇਹ ਅਮਰੀਕਾ 'ਚ ਪੁਸਤਕ ਛਪੀ ਹੈ। ਇਸ ਪੁਸਤਕ ਵਿੱਚ ਤੱਥਾਂ ਸਹਿਤ ਪੂਰੀ ਕਹਾਣੀ ਬਿਆਨ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ 'ਤੇ ਆਧਾਰਿਤ ਕਾਰਪੋਰੇਟ ਵਿਕਾਸ ਮਾਡਲ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਆਪਣੇ ਪਾਲਤੂ ਅਰਥ ਸ਼ਾਸਤਰੀਆਂ ਤੋਂ ਤਿਆਰ ਕਰਵਾਇਆ ਗਿਆ ਸੀ ਅਤੇ ਕਿਸ ਤਰ੍ਹਾਂ ਅਮਰੀਕੀ ਸਰਕਾਰ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਵਪਾਰ ਸੰਗਠਨ ਰਾਹੀਂ ਇਸ ਨੂੰ ਦੁਨੀਆ ਦੇ ਦੂਜੇ ਦੇਸ਼ਾਂ 'ਤੇ ਥੋਪਿਆ ਗਿਆ। ਇਸ ਪੁਸਤਕ ਵਿੱਚ ਵਿਦਵਾਨਾਂ ਨੇ ਕਿਹਾ ਗਿਆ ਕਿ ਇਹ ਵਿਕਾਸ ਮਾਡਲ 1979-80 ਦੇ ਲਗਭਗ ਪੂਰੀ ਦੁਨੀਆ 'ਤੇ ਲਾਗੂ ਕੀਤਾ ਜਾਣਾ ਸ਼ੁਰੂ ਹੋਇਆ। 2009-10 ਵਿੱਚ ਕੌਮਾਂਤਰੀ ਪੱਧਰ 'ਤੇ ਉੱਭਰੇ ਆਰਥਿਕ ਮੰਦਵਾੜੇ ਨਾਲ ਇਸ ਦਾ ਅੰਤ ਹੋ ਗਿਆ। ਪੁਸਤਕ ਵਿੱਚ ਵਿਦਵਾਨ ਲੇਖਕਾਂ ਨੇ ਕਿਹਾ ਕਿ ਮੁਕਤ ਬਾਜ਼ਾਰ ਦਾ ਸੰਕਲਪ ਇਸ ਸਿਧਾਂਤ 'ਤੇ ਆਧਾਰਿਤ ਸੀ ਕਿ ਬਾਜ਼ਾਰ ਆਪਣੇ ਆਪ ਨੂੰ ਖੁਦ ਸੰਤੁਲਿਤ ਰੱਖ ਸਕਦਾ ਹੈ, ਆਪਣੇ ਆਪ ਨੂੰ ਸਹੀ ਕਰ ਸਕਦਾ ਹੈ। ਬਾਜ਼ਾਰ ਕਦੇ ਵੀ ਆਪਣੇ ਆਪ ਨੂੰ ਖੁਦ ਤਬਾਹ ਨਹੀਂ ਕਰ ਸਕਦਾ। ਪਰ ਪਿਛਲੇ ਸਮੇਂ ਵਿੱਚ ਕੌਮਾਂਤਰੀ ਪੱਧਰ 'ਤੇ ਅਮਰੀਕਾ ਤੋਂ ਆਰੰਭ ਹੋ ਕੇ ਦੂਜੇ ਦੇਸ਼ਾਂ ਵਿੱਚ ਫੈਲੇ ਆਰਥਿਕ ਮੰਦਵਾੜੇ ਨੇ ਇਹਨਾਂ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸੇ ਕਾਰਨ ਹੀ ਪ੍ਰਾਈਵੇਟ ਕਾਰੋਬਾਰੀ ਅਤੇ ਵਿੱਤੀ ਅਦਾਰਿਆਂ ਨੂੰ ਅਮਰੀਕਾ, ਬਰਤਾਨੀਆ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਕਰੋੜਾਂ ਰੁਪਇਆਂ ਦੇ ਰਾਹਤ ਪੈਕੇਜ ਦੇਣੇ ਪਏ ਸਨ। ਇਹਨਾਂ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਭਾਵੇਂ ਅਜੇ ਵੀ ਦੁਨੀਆ ਵਿੱਚ ਬਹੁਤ ਸਾਰੇ ਸਿਆਸਤਦਾਨ ਅਤੇ ਅਰਥ ਸ਼ਾਸਤਰੀ ਵਿਕਾਸ ਦੇ ਇਸ ਕਾਰਪੋਰੇਟ ਮਾਡਲ ਨਾਲ ਚਿੰਬੜੇ ਹੋਏ ਹਨ, ਪਰ ਇਹ ਵਿਕਾਸ ਮਾਡਲ ਪੂਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ ਅਤੇ ਇਸ ਦਾ ਕੋਈ ਭਵਿੱਖ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ
ਅਮਰੀਕਾ ਦੇ ਪ੍ਰਸਿੱਧ ਅਰਥ ਸ਼ਾਸਤਰੀ ਨੋਬਲ ਇਨਾਮ ਵਿਜੇਤਾ ਜੋਸਫ ਈ ਸਟਿੰਗਲਿਟਸ ਨਵੀਂ ਦਿੱਲੀ ਆਏ ਸਨ ਤੇ ਉਹਨਾਂ ਨੇ ਜਵਾਹਰ ਲਾਲ ਨਹਿਰੂ ਮੈਮੋਰੀਅਲ ਲੈਕਚਰ ਦਿੱਤਾ ਸੀ। ਇਸ ਸਮਾਰੋਹ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਵੀ ਹਾਜ਼ਰ ਸਨ। ਇਸ ਸਮਾਰੋਹ ਵਿੱਚ ਬੋਲਦਿਆਂ ਵੀ ਉਹਨਾਂ ਨੇ ਦੇਸ਼ ਦੀਆਂ ਆਰਥਿਕ ਨੀਤੀਆਂ ਸੰਬੰਧੀ ਗੰਭੀਰ ਸਵਾਲ ਉਠਾਏ ਸਨ। ਇਹ ਜਿਹੜਾ ਅਰਥ ਸ਼ਾਸਤਰੀ ਸਟਿੰਗਲਿਟਸ ਇਹੀ ਪਹਿਲਾਂ ਕਾਰਪੋਰੇਟ ਡਿਵੈਲਪਮੈਂਟ ਮਾਡਲ ਦਾ ਬਾਨੀ ਸੀਗਾ, ਜਿਸ ਨੇ ਕਿਹਾ ਬਾਅਦ ਵਿੱਚ ਕਿ ਇਹ ਫੇਲ ਹੋ ਚੁੱਕਾ। ਇਸ ਸੰਦਰਭ ਵਿੱਚ ਬਹੁਤ ਸਾਰੇ ਭਾਰਤੀ ਵਿਦਵਾਨਾਂ ਅਤੇ ਮੇਰੀ ਵੀ ਇਹ ਸੋਚ ਰਹੀ ਹੈ ਕਿ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਤੇ ਕੋਈ ਵੀ ਇੱਕ ਵਿਕਾਸ ਮਾਡਲ ਲਾਗੂ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਆਪਣੀਆਂ ਭੂਗੋਲਕ, ਵਾਤਾਵਰਣਕ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਹਨ। ਆਪੋ ਆਪਣੀ ਕਿਸਮ ਦੇ ਉਹਨਾਂ ਦੇ ਕੁਦਰਤੀ ਤੇ ਗੈਰ ਕੁਦਰਤੀ ਸਾਧਨ ਹਨ। ਇਹ ਦੇਸ਼ ਵਿਕਾਸ ਦੇ ਵੱਖਰੇ ਵੱਖਰੇ ਪੜਾਵਾਂ 'ਤੇ ਹਨ। ਇਸ ਲਈ ਹਰ ਦੇਸ਼ ਨੂੰ ਆਪਣੀਆਂ ਲੋੜਾਂ ਅਤੇ ਆਪਣੇ ਲੋਕਾਂ ਦੀਆਂ ਖਾਸ਼ਾਂ ਤੇ ਮੰਗਾਂ 'ਤੇ ਆਧਾਰਿਤ ਆਪੋ ਆਪਣੇ ਵਿਕਾਸ ਮਾਡਲਾਂ ਦੀ ਲੋੜ ਹੈ। ਇਸੇ ਤਰ੍ਹਾਂ ਹਰ ਵੱਡੇ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵੱਲੋਂ ਵੱਖ-ਵੱਖ ਸੂਬਿਆਂ ਨੂੰ ਆਪੋ ਆਪਣੀਆਂ ਲੋੜਾਂ ਤੇ ਆਪੋ ਆਪਣੇ ਕੁਦਰਤੀ ਤੇ ਗੈਰ ਕੁਦਰਤੀ ਵਸੀਲਿਆਂ 'ਤੇ ਆਧਾਰਿਤ ਵਿਕਾਸ ਮਾਡਲਾਂ ਦੀ ਜ਼ਰੂਰਤ ਹੈ। ਇਸ ਦਾ ਅਹਿਸਾਸ ਭਾਵੇਂ ਬਹੁਤ ਦੇਰ ਨਾਲ ਹੀ ਸਹੀ ਕਿਸੇ ਨਾ ਕਿਸੇ ਪੱਧਰ 'ਤੇ ਦੇਸ਼ ਵਿੱਚ ਵਿਸ਼ਵੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਵਾਲੇ ਸਾਡੇ ਸਾਬਕ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਹੁੰਦਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਸਮਾਰੋਹ 'ਚ ਬੋਲਦਿਆਂ ਆਖਿਆ ਸੀ, ਸਾਨੂੰ ਕਿਸੇ ਵੀ ਵਿਕਸਿਤ ਦੇਸ਼ ਦੇ ਵਿਕਾਸ ਮਾਡਲ ਦੀ ਅੰਨ੍ਹੇਵਾਹ ਨਕਲ ਨਹੀਂ ਕਰਨੀ ਚਾਹੀਦੀ। ਚੇਨਈ ਵਿੱਚ ਸਾਇੰਸਦਾਨਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੱਕ ਹੋਰ ਮਹੱਤਵਪੂਰਨ ਟਿੱਪਣੀ ਇਹ ਕੀਤੀ ਸੀ ਕਿ ਸਾਡੇ ਵਿਗਿਆਨਕਾਂ ਨੂੰ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਕਨਾਲੋਜੀ ਖੁਦ ਵਿਕਸਿਤ ਕਰਨੀ ਪਵੇਗੀ। ਦੇਸ਼ ਦੇ ਵਿਗਿਆਨਕ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਕਨਾਲੋਜੀ ਵਿਕਸਿਤ ਨਹੀਂ ਕਰਨਗੇ। ਸਿਵਲ ਸੇਵਾਵਾਂ ਦਿਵਸ 'ਤੇ ਨਵੀਂ ਦਿੱਲੀ ਵਿੱਚ ਦੇਸ਼ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਆਪਣੇ ਰਾਜਕਾਜ ਦੇ ਆਖਰੀ ਦਿਨਾਂ ਵਿੱਚ ਆਖਿਆ ਸੀ, ਭਾਰਤ ਵਰਗੇ ਵੱਡੇ ਦੇਸ਼ ਨੂੰ ਕੇਂਦਰ ਤੋਂ ਨਹੀਂ ਚਲਾਇਆ ਜਾ ਸਕਦਾ। ਇਸ ਲਈ ਸਾਨੂੰ ਸ਼ਕਤੀਆਂ ਦਾ ਵਿਕੇਂਦਰੀਕਰਨ ਪੰਚਾਇਤਾਂ ਦੀ ਪੱਧਰ ਤੱਕ ਕਰਨਾ ਪਵੇਗਾ। ਪਰ ਫਿਰ ਵੀ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਦੀਆਂ ਕੇਂਦਰੀ ਸਰਕਾਰਾਂ ਇਸ ਜਿਹੜੀ ਸਮਝ ਨੂੰ, ਇਸ ਸੂਝ ਨੂੰ ਕਿਸ ਪੱਧਰ ਤੱਕ ਹੇਠਾਂ ਤੱਕ ਲਾਗੂ ਕਰਦੀਆਂ ਹਨ ਜਾਂ ਨਹੀਂ। ਸਗੋਂ ਅਮਲੀ ਰੂਪ ਵਿੱਚ ਹੋ ਇਸ ਦੇ ਉਲਟ ਰਿਹਾ ਹੈ। ਜਿਸ ਤਰ੍ਹਾਂ ਆਰਥਿਕਤਾ ਦੇ ਖੇਤਰ ਵਿੱਚ ਬਹੁਤ ਸਾਰੇ ਕੇਂਦਰੀਕ੍ਰਿਤ ਰੁਝਾਨ ਸਾਹਮਣੇ ਆ ਰਹੇ ਹਨ, ਉਸੇ ਤਰ੍ਹਾਂ ਸਿੱਖਿਆ ਦੇ ਖੇਤਰ ਦਾ ਵੀ ਹੋਰ ਕੇਂਦਰੀਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਹੁਣ ਦੀ ਸਰਕਾਰ ਸਮੇਂ ਤਾਂ ਸਿੱਖਿਆ ਨੂੰ ਇੱਕ ਖਾਸ ਧਾਰਮਿਕ ਰੰਗਤ ਦੇਣੀ ਵੀ ਆਰੰਭ ਹੋ ਗਈ ਹੈ। ਸਾਡਾ ਇਹ ਦ੍ਰਿੜ ਵਿਚਾਰ ਹੈ ਕਿ ਉਕਤ ਮੰਤਰੀ ਤੇ ਕੌਮੀ ਸਥਿਤੀਆਂ ਦੇ ਸੰਦਰਭ ਵਿੱਚ ਦੇਸ਼ ਦਾ ਇੱਕ ਆਪਣਾ ਲੋਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਹੋਣਾ ਚਾਹੀਦਾ ਹੈ ਤੇ ਇਸ ਦਾ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਭਾਰਤ ਦੇ ਸੂਬਿਆਂ ਨੂੰ ਚੋਖੀ ਰਾਜਨੀਤਿਕ ਤੇ ਵਿੱਤੀ ਖੁਦਮੁਖਤਿਆਰੀ ਦਿੱਤੀ ਜਾਣੀ ਚਾਹੀਦੀ ਹੈ। ਇਸੇ ਮਕਸਦ ਲਈ ਭਾਰਤ ਵਰਗੇ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਸਿੱਖਿਆ, ਪ੍ਰਸ਼ਾਸਨ, ਨਿਆਂ, ਪਾਲਿਕਾ ਅਤੇ ਸਰਕਾਰਾਂ ਦੇ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਖੇਤਰੀ ਭਾਸ਼ਾਵਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਖੇਤਰੀ ਭਾਸ਼ਾਵਾਂ ਨੂੰ ਨਾ ਇੱਕ ਸਕੂਲਾਂ ਦੀ ਪੱਧਰ 'ਤੇ ਪੜ੍ਹਾਇਆ ਜਾਣਾ ਚਾਹੀਦਾ ਹੈ, ਬਲਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪੱਧਰ 'ਤੇ ਵੀ ਪੜਾਅਵਾਰ ਕਿੱਤਾਮੁਖੀ ਤੇ ਹੋਰ ਤਕਨੀਕੀ ਸਿੱਖਿਆ ਖੇਤਰੀ ਭਾਸ਼ਾਵਾਂ ਵਿੱਚ ਵੀ ਮੁਹੱਈਆ ਕਰਨ ਲਈ ਠੋਸ ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਹੈ। ਹੁਣ ਜਿਹੜੀ ਪਿਛਲੇ ਕੁਝ ਸਾਲਾਂ 'ਚ ਪਟਿਆਲਾ ਯੂਨੀਵਰਸਿਟੀ ਦੀ ਜਿਹੜੀ ਰਿਪੋਰਟ ਸੀਗੀ, ਸਰਵੇਖਣ ਸੀਗਾ ਕਿ ਰੂਰਲ ਏਰੀਏ 'ਚੋਂ ਦਿਹਾਤੀ ਖੇਤਰਾਂ 'ਚੋਂ ਸਿਰਫ 4.25% ਬੱਚੇ ਜਿਹੜੇ ਆ ਉਹ ਹਾਇਰ ਐਜੂਕੇਸ਼ਨ 'ਚ ਆ ਰਿਹਾ। ਉਹਦਾ ਇੱਕ ਕਾਰਨ ਉਹਨਾਂ ਲੋਕਾਂ ਦੀ ਆਰਥਿਕ ਸਥਿਤੀ ਵੀ ਹੋ ਸਕਦੀ ਹੈ। ਦੂਜਾ ਵੱਡਾ ਕਾਰਨ ਹੈ ਕਿ ਅਸੀਂ ਹਾਇਰ ਐਜੂਕੇਸ਼ਨ ਸਾਰੀ ਅੰਗਰੇਜ਼ੀ ਦੇ ਲੜ ਬੰਨੀ ਹੈ ਅਤੇ ਅੰਗਰੇਜ਼ੀ ਦੀ ਜਿਹੜੀ ਪੜ੍ਹਾਈ ਆ ਜਾਂ ਮੁਹਾਰਤ ਹੈ ਸਾਡੇ ਦਿਹਾਤੀ ਬੱਚਿਆਂ ਕੋਲ ਹੈ ਨਹੀਂ। ਇਸ ਕਰਕੇ ਉਹ ਜਿਹੜੇ ਆ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ 'ਚੋਂ ਡਰੋਪ ਆਊਟ ਰੇਟ ਵੀ ਉਹਨਾਂ ਦਾ ਜ਼ਿਆਦਾ ਹੈ ਅਤੇ ਹਰ 1.5 ਘੰਟੇ ਬਾਅਦ ਹਿੰਦੁਸਤਾਨ ਦੇ ਵਿੱਚ ਇੱਕ ਜਿਹੜਾ ਵਿਦਿਆਰਥੀ ਖੁਦਕੁਸ਼ੀ ਕਰਦਾ, ਉਹ ਜਾਂ ਉਹ ਛੱਡ ਜਾਂਦਾ ਸਕੂਲ ਕਾਲਜ ਅਤੇ ਜਾਂ ਉਹ ਖੁਦਕੁਸ਼ੀ ਕਰਦਾ। ਇਸ ਤਰ੍ਹਾਂ ਦੀ ਸਥਿਤੀ ਹੈ ਜਿਹਦੇ 'ਚ ਅਸੀਂ ਪਿਛਲੀ ਆਜ਼ਾਦੀ ਤੋਂ ਬਾਅਦ ਲਗਾਤਾਰ ਆਪਣੀ ਹਾਇਰ ਐਜੂਕੇਸ਼ਨ ਹੈ ਉਹ ਜਿਹੜੀ ਅੰਗਰੇਜ਼ੀ ਇੱਕ ਵਿਦੇਸ਼ੀ ਜ਼ਬਾਨ ਦੇ ਲੜ ਬੰਨੀ ਹੋਈ ਹੈ। ਇਹਦਾ ਹਾਲ, ਇਹਦਾ ਸਿੱਟਾ ਇਹ ਨਿਕਲਿਆ ਕਿ ਜਿਹੜਾ ਪਿਛਲੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਇੱਕ ਸਮਾਜਿਕ ਅਤੇ ਆਰਥਿਕ ਸਰਵੇਖਣ ਕਰਾਇਆ ਸੀ, ਉਹਦੇ ਸਿੱਟੇ ਜਿਹੜੇ ਆ ਹੁਣ ਦੀ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਅਰੁਣ ਜੇਤਲੀ ਨੇ ਪ੍ਰੈਸ ਸਾਹਮਣੇ ਰੱਖੇ ਸੀ ਕੁਝ ਮਹੀਨੇ ਪਹਿਲਾਂ। ਉਹਦੇ ਵਿੱਚ ਕਿਹਾ ਗਿਆ ਕਿ ਦਿਹਾਤੀ ਖੇਤਰਾਂ 'ਚ 68 ਤੋਂ 70% ਲੋਕ ਜਿਹੜੇ ਰਹਿੰਦੇ ਆ, ਉਹਦੇ ਵਿੱਚੋਂ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੁਖੀ ਆ, 70% ਪਰਿਵਾਰਾਂ ਦੇ ਮੁਖੀ ਆ, ਉਹਨਾਂ ਦੀ ਆਮਦਨ 10,000 ਤੋਂ ਘੱਟ ਹੈ। ਅਤੇ ਦਿਹਾਤੀ ਖੇਤਰਾਂ 'ਚ ਜਿਹੜੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਦੇ ਲੋਕ ਰਹਿੰਦੇ ਆ, ਉਹਨਾਂ ਦਾ ਜਿਹੜਾ ਉਹਨਾਂ ਦੇ ਪਰਿਵਾਰ ਆ, ਪਰਿਵਾਰਾਂ ਦੇ ਮੁਖੀ ਦੀ ਆਮਦਨ ਜਿਹੜੀ 5,000 ਤੋਂ ਘੱਟ ਹੈ। ਇਹ ਅਸੀਂ 68 ਸਾਲਾਂ 'ਚ ਜਿਹੜੀ ਆਜ਼ਾਦੀ ਦੀ ਆ ਇਹਦੇ 'ਚ ਵਿਕਾਸ ਕੀਤਾ। ਇਸ ਤਰ੍ਹਾਂ ਦੀ ਸਥਿਤੀ 'ਚ ਹਿੰਦੁਸਤਾਨ ਜੀ ਰਿਹਾ ਅਤੇ ਉਹ ਕਿਵੇਂ ਤੁਸੀਂ ਆਸ ਰੱਖਦੇ ਆ ਜਿਨ੍ਹਾਂ ਦੀ ਆਮਦਨ 10,000 ਤੋਂ ਮਹੀਨੇ ਦੀ ਘੱਟ ਹੈ, ਜਿਨ੍ਹਾਂ ਦੀ ਆਮਦਨ 5,000 ਤੋਂ ਜਿਹੜੀ ਘੱਟ ਹੈ ਮਹੀਨੇ ਦੀ, ਉਹ ਮਹਿੰਗੇ ਜਿਹੜੇ ਨਿੱਜੀ ਅੰਗਰੇਜ਼ੀ ਭਾਸ਼ਾ ਦੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਦਾਖਲ ਕਰਾ ਕੇ ਡਾਕਟਰ, ਵਕੀਲ ਅਤੇ ਇੰਜੀਨੀਅਰ ਕਿੱਦਾਂ ਬਣਾਉਣਗੇ ਜਾਂ ਅੱਛੇ ਪ੍ਰੋਫੈਸ਼ਨਲ ਕਿਵੇਂ ਬਣਾਉਣਗੇ। ਮੇਰੀ ਇਹ ਦ੍ਰਿੜ ਧਾਰਨਾ ਆ ਕਿ ਜੇ ਹਿੰਦੁਸਤਾਨ ਦਾ ਇਨਕਲੂਸਿਵ ਡਿਵੈਲਪਮੈਂਟ ਕਰਨੀ ਹੈ,
ਹਿੰਦੁਸਤਾਨ ਦੇ ਵਿੱਚ ਸਬਕਾ ਸਾਥ ਸਬਕਾ ਵਿਕਾਸ ਦਾ ਨਾਰੇ ਨੂੰ ਸਾਕਾਰ ਕਰਨਾ, ਅਮਲੀ ਰੂਪ ਦੇਣਾ, ਤਾਂ ਉਹ ਕੋਰਸਿਸ ਜਿਹੜੀਆਂ ਉਹ ਡਿਗਰੀਆਂ ਜਿਹੜੀਆਂ ਜਾਂ ਮੈਡੀਕਲ ਜਾਂ ਸਾਇੰਸ ਦੇ ਬਹੁਤ ਉੱਚੀ ਪੱਧਰ ਦੇ ਕੋਰਸ ਆ ਜਿਹੜੇ ਹਜੇ ਖੇਤਰੀ ਜ਼ਬਾਨਾਂ 'ਚ ਨਹੀਂ ਪੜ੍ਹਾਏ ਜਾ ਸਕਦੇ, ਬਾਕੀ ਸਾਰੇ ਪ੍ਰੋਫੈਸ਼ਨਲ ਕੋਰਸਿਸ ਅੰਗਰੇਜ਼ੀ ਦੇ ਨਾਲ ਨਾਲ ਲੋਕਾਂ ਦੀਆਂ ਖੇਤਰੀ ਜ਼ਬਾਨਾਂ 'ਚ ਖੋਲ੍ਹੇ ਜਾਣੇ ਚਾਹੀਦੇ ਆ, ਤਾਂ ਕਿ ਸਾਡੇ ਵਿਦਿਆਰਥੀ ਜਿਹੜੇ ਆ ਉਹ ਕਿਸੇ ਵੀ ਤਰ੍ਹਾਂ ਦਬਾਅ ਦਾ ਸ਼ਿਕਾਰ ਨਾ ਹੋਣ, ਖੁਦਕਸ਼ੀਆਂ ਨਾ ਕਰਨ ਅਤੇ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਛੱਡ ਕੇ ਨਾ ਜਾਣ। ਇਸ ਲਈ ਸਾਨੂੰ ਅੰਗਰੇਜ਼ੀ 'ਚ ਜਿਹੜੇ ਸਿੱਖਿਆ ਲੈਣਾ ਚਾਹੁੰਦੇ ਆ ਉਹਨਾਂ ਲਈ ਵੀ ਰਸਤੇ ਖੁੱਲ੍ਹੇ ਰੱਖਣੇ ਪੈਣਗੇ, ਜਿਹੜੇ ਆਪਣੀਆਂ ਜ਼ਮਾਨਾਂ 'ਚ ਪ੍ਰੋਫੈਸ਼ਨਲ ਸਿੱਖਿਆ ਲੈਣੇ ਚਾਹੁੰਦੇ ਆ ਉਹਨਾਂ ਲਈ ਵੀ ਰਸਤੇ ਖੁੱਲ੍ਹੇ ਰੱਖਣੇ ਪੈਣਗੇ। ਕੁਝ ਸਾਲ ਪਹਿਲਾਂ ਤਾਮਿਲਨਾਡੂ ਦੀ ਕੋਇਟੰਬਰ ਯੂਨੀਵਰਸਿਟੀ ਨੇ ਇਸ ਸੰਬੰਧ ਵਿੱਚ ਪਹਿਲ ਕਦਮੀ ਕੀਤੀ ਸੀ। ਪੰਜਾਬ ਦੀ ਤਕਨੀਕੀ ਯੂਨੀਵਰਸਿਟੀ PTU ਨੇ ਵੀ ਇਸ ਸੰਬੰਧੀ ਕੁਝ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਿਹਾਤੀ ਖੇਤਰਾਂ ਦੇ ਜਿਹੜੇ ਵਿਦਿਆਰਥੀ ਅੰਗਰੇਜ਼ੀ ਵਿੱਚ ਬਹੁਤ ਜ਼ਿਆਦਾ ਮੁਹਾਰਤ ਨਹੀਂ ਰੱਖਦੇ, ਉਹਨਾਂ ਨੂੰ ਤਕਨੀਕੀ ਕੋਰਸ ਤੇ ਡਿਗਰੀਆਂ ਕਰਵਾਉਣ ਲਈ ਪੰਜਾਬੀ ਵਿੱਚ ਵੀ ਇੱਕ ਬਦਲ ਮੁਹੱਈਆ ਕਰਾਉਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਰਾਜ ਦੀਆਂ ਹੋਰ ਯੂਨੀਵਰਸਿਟੀਆਂ ਨੂੰ ਵੀ ਇਸ ਸੰਬੰਧੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਅਜਿਹੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਇੱਕ ਵਿਸ਼ੇ ਵਜੋਂ ਪੜ੍ਹਾਈ ਜਾ ਸਕਦੀ ਹੈ ਕਮਿਊਨੀਕੇਸ਼ਨ ਸਕਿੱਲ ਲਈ। ਸ਼ਾਇਦ ਕੌਮੀ ਪੱਧਰ 'ਤੇ ਵੀ ਇਸ ਗੱਲ ਦਾ ਅਹਿਸਾਸ ਵਧਣ ਲੱਗਾ ਹੈ। ਸਾਰੀ ਤਕਨੀਕੀ ਸਿੱਖਿਆ ਨੂੰ ਅੰਗਰੇਜ਼ੀ ਦੇ ਲੜ ਬੰਨ੍ਹਣ ਨਾਲ ਕੰਮ ਨਹੀਂ ਚੱਲ ਸਕੇਗਾ। ਕੁਝ ਵਰ੍ਹੇ ਪਹਿਲਾਂ ਕੇਂਦਰੀ ਸਰਕਾਰ ਵੱਲੋਂ ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਸ ਨੇ ਦੇਸ਼ ਦੀਆਂ ਸਾਰੀਆਂ 22 ਕੌਮੀ ਜ਼ਬਾਨਾਂ ਵਿੱਚ ਵਿਗਿਆਨ ਅਤੇ ਤਕਨੀਕੀ ਸਿੱਖਿਆ ਦੀਆਂ ਮਿਆਰੀ ਪੁਸਤਕਾਂ ਅਨੁਵਾਦ ਕਰਾਉਣ ਦਾ ਪੜਾਅਵਾਰ ਕਾਰਜ ਆਰੰਭਿਆ ਸੀ। ਇਸ ਸੰਬੰਧੀ ਅੱਗੇ ਕੀ ਪ੍ਰਗਤੀ ਹੋਈ ਹੈ ਇਹ ਜਾਣਨ ਦੀ ਲੋੜ ਹੈ। ਪਰ ਜਿੱਥੋਂ ਤੱਕ ਪੰਜਾਬੀ ਦਾ ਸੰਬੰਧ ਹੈ, ਇਸ ਦੇ ਪ੍ਰਚਾਰ ਪ੍ਰਸਾਰ ਲਈ ਤੇ ਇਸ ਨੂੰ ਸਿੱਖਿਆ ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਸਰਕਾਰ ਦੇ ਹੋਰ ਅਦਾਰਿਆਂ ਵਿੱਚ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਰਾਜ ਦੀ ਇੱਕ ਸਿੱਖਿਆ, ਸੱਭਿਆਚਾਰ ਤੇ ਭਾਸ਼ਾ ਨੀਤੀ ਬਣਾ ਕੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਇਸ ਸੰਬੰਧੀ ਯੋਜਨਾਬੰਦੀ ਕਰਨੀ ਚਾਹੀਦੀ ਹੈ। ਇਹ ਚੰਗੀ ਗੱਲ ਹੈ ਕਿ 2008 ਵਿੱਚ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਹਮਾਇਤ ਨਾਲ ਇਸ ਸੰਬੰਧ ਵਿੱਚ 2 ਕਾਨੂੰਨ ਪਾਸ ਕੀਤੇ ਸਨ, ਪਰ ਇਹਨਾਂ ਕਾਨੂੰਨਾਂ ਨੂੰ ਅਮਲੀ ਤੌਰ 'ਤੇ ਲਾਗੂ ਕਰਾਉਣ ਦਾ ਅਹਿਮ ਕੰਮ ਅਜੇ ਵੀ ਬਾਕੀ ਪਿਆ ਹੈ। ਇਸ ਸੰਬੰਧ ਵਿੱਚ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਸਾਡੇ ਵਿਚਾਰ ਅਨੁਸਾਰ ਪੰਜਾਬੀ ਨੂੰ ਸਿੱਖਿਆ, ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਹੋਰ ਖੇਤਰਾਂ ਵਿੱਚ ਲਾਗੂ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹੈ। ਆਮ ਤੌਰ 'ਤੇ ਜਿਹੜੇ ਆ ਖੇਤਰੀ ਭਾਸ਼ਾਵਾਂ ਦਾ ਤਿਰਸਕਾਰ ਕਰਨ ਲਈ, ਉਹਨਾਂ ਨੂੰ ਗੈਰ ਪ੍ਰਸੰਗਕ ਦੱਸਣ ਲਈ ਇਹ ਕਿਹਾ ਜਾਂਦਾ ਹੈ ਕਿ ਇਹ ਰੁਜ਼ਗਾਰ ਦੀਆਂ ਭਾਸ਼ਾਵਾਂ ਨਹੀਂ ਹੈਗੀਆਂ, ਇਹਨਾਂ ਨਾਲ ਨੌਕਰੀ ਨਹੀਂ ਮਿਲਦੀ। ਹੁਣ ਜਦੋਂ ਸਿੱਖਿਆ, ਪ੍ਰਸ਼ਾਸਨ, ਨਿਆਂ ਅਤੇ ਕਾਰੋਬਾਰ ਦੇ ਖੇਤਰਾਂ 'ਚ ਖੇਤਰੀ ਜ਼ਬਾਨਾਂ ਦਾ ਤੁਸੀਂ ਦਾਖਲਾ ਹੀ ਨਹੀਂ ਹੋਣ ਦੇਣਾ, ਅਤੇ ਰੁਜ਼ਗਾਰ ਦੀਆਂ ਭਾਸ਼ਾਵਾਂ ਕਿਹੜੇ ਥਾਂ 'ਤੇ ਬਣਨਗੀਆਂ? ਇਹ ਤਾਂ ਚੰਦ 'ਤੇ ਹੀ ਜਾਂ ਮੰਗਲ ਗ੍ਰਹਿ 'ਤੇ ਹੀ ਰੁਜ਼ਗਾਰ ਦੀਆਂ ਭਾਸ਼ਾਵਾਂ ਬਣਨਗੀਆਂ, ਇੰਡੀਆ 'ਚ ਤਾਂ ਬਣ ਨਹੀਂ ਸਕਦੀਆਂ। ਤੁਹਾਨੂੰ ਸਿੱਖਿਆ, ਪ੍ਰਸ਼ਾਸਨ, ਨਿਆਂ ਦੇ ਖੇਤਰ ਜਿਹੜੇ ਆ ਇਹਨਾਂ ਭਾਸ਼ਾਵਾਂ ਲਈ ਖੋਲ੍ਹਣੇ ਚਾਹੀਦੇ ਆ। ਕਿਸੇ ਵੀ ਆਜ਼ਾਦ ਦੇਸ਼ ਦੀਆਂ 2 ਨਿਸ਼ਾਨੀਆਂ ਹੁੰਦੀਆਂ, ਇੱਕ ਤਾਂ ਉੱਥੇ ਜਮਹੂਰੀ ਪੱਧਰ 'ਤੇ ਤੁਸੀਂ ਮਿਊਨਿਸਪਲ ਕਮੇਟੀ ਦੇ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਵੋਟ ਪਾ ਕੇ ਆਪਣੇ ਹਾਕਮ ਚੁਣ ਸਕੋ। ਆਜ਼ਾਦੀ ਦਾ ਦੂਜਾ ਜਿਹੜਾ ਲੱਛਣ ਇਹ ਆ ਕਿ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਤੁਹਾਨੂੰ ਆਪਣੀ ਜ਼ਬਾਨ 'ਚ ਮਿਲੇ। ਅਤੇ ਅੱਜ ਤੱਕ 1947 ਤੋਂ ਲੈ ਕੇ ਅੱਜ ਤੱਕ ਸਿੱਖਿਆ, ਪ੍ਰਸ਼ਾਸਨ, ਨਿਆਂ 'ਚ ਖੇਤਰੀ ਭਾਸ਼ਾਵਾਂ ਨੂੰ ਕੋਈ ਮਹੱਤਵਪੂਰਨ ਥਾਂ ਨਹੀਂ ਦਿੱਤੀ ਗਈ। ਜਿਹੜੀ ਪੰਜਾਬੀ ਲਈ 3-4 ਮੈਂ ਪੁਆਇੰਟ ਦੱਸੇ ਜਿਹੜੇ ਕਰਨੇ ਚਾਹੀਦੇ ਆ। ਦੇਸ਼ ਦੇ ਸੰਵਿਧਾਨ ਦਾ ਪ੍ਰਮਾਣਿਤ ਪੰਜਾਬੀ ਰੂਪ ਤਿਆਰ ਕਰਵਾਇਆ ਜਾਵੇ। ਇਸ ਨੂੰ ਕੌਮੀ ਪੱਧਰ 'ਤੇ ਕੇਂਦਰੀ ਕਾਨੂੰਨ ਮੰਤਰਾਲੇ ਦੀ ਮਾਨਤਾ ਪ੍ਰਾਪਤ ਹੋਵੇ। ਇਸ ਤੋਂ ਇਲਾਵਾ ਸਾਰੇ ਕੇਂਦਰੀ ਅਤੇ ਸੂਬਾਈ ਕਾਨੂੰਨ ਅਤੇ ਨੋਟੀਫਿਕੇਸ਼ਨ ਪੰਜਾਬੀ ਵਿੱਚ ਤਿਆਰ ਕਰਵਾਏ ਜਾਣ ਅਤੇ ਇਸ ਮਕਸਦ ਲਈ ਸਟੇਟ ਲੈਂਗੁਏਜ ਕਮਿਸ਼ਨ ਦਾ ਗਠਨ ਕੀਤਾ ਜਾਏ। ਇਸ ਨੂੰ ਚੋਖੇ ਵਸੀਲੇ ਮੁਹੱਈਆ ਕਰਵਾਏ ਜਾਣ। ਇਸ ਲੈਂਗੁਏਜ ਕਮਿਸ਼ਨ ਸੰਬੰਧੀ ਬਿੱਲ ਪੰਜਾਬ ਵਿਧਾਨ ਸਭਾ 'ਚ ਲਿਆ ਕੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿੱਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਇਸ ਨੂੰ ਨਿਆਇਕ ਸ਼ਕਤੀਆਂ ਵੀ ਮੁਹੱਈਆ ਕਰਾਈਆਂ ਜਾਣ ਅਤੇ ਇਸ ਦੇ ਫੈਸਲਿਆਂ ਸੰਬੰਧੀ ਅਪੀਲ ਸਿਰਫ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਹੋ ਸਕੇ। ਪੰਜਾਬ ਦੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਵਿੱਚ 1 ਤੋਂ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਉਚੇਰੀ ਸਿੱਖਿਆ ਲਈ ਵੱਖ-ਵੱਖ ਵਿਸ਼ਿਆਂ ਦੀਆਂ ਮਿਆਰੀ ਪੁਸਤਕਾਂ ਤਿਆਰ ਕਰਵਾਉਣ ਲਈ ਜਾਂ ਤਾਂ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਪ੍ਰੋਜੈਕਟ ਦਿੱਤੇ ਜਾਣ ਅਤੇ ਜਾਂ ਫਿਰ ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਨੂੰ ਮੁੜ ਤੋਂ ਸੁਰਜੀਤ ਕਰਕੇ ਇਹ ਕਾਰਜ ਉਸ ਨੂੰ ਸੌਂਪਿਆ ਜਾਵੇ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬ ਭਾਸ਼ਾ ਵਿਭਾਗ ਦੇ ਕੰਮ ਨੂੰ ਹੋਰ ਵਧੇਰੇ ਸੁਚਾਰੂ ਬਣਾਇਆ ਜਾਵੇ। ਪਿਛਲੇ ਸਮੇਂ ਵਿੱਚ ਵੱਖ-ਵੱਖ ਵਿਭਾਗਾਂ ਦਾ ਸਰਕਾਰੀ ਕੰਮਕਾਜ ਚਲਾਉਣ ਲਈ ਇਸ ਨੇ ਪੰਜਾਬੀ ਵਿੱਚ ਤਕਨੀਕੀ ਸ਼ਬਦਾਵਲੀ ਦੇ ਕੋਸ਼ ਪ੍ਰਕਾਸ਼ਿਤ ਕੀਤੇ ਹਨ। ਵੱਖ-ਵੱਖ ਵਿਭਾਗਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਜੇ ਹੋਰ ਬਹੁਤ ਸਾਰੇ ਕੋਸ਼ ਤਿਆਰ ਕਰਨ ਦੀ ਜ਼ਰੂਰਤ ਹੈ। ਇਹਨਾਂ ਸਰੋਕਾਰਾਂ ਲਈ ਭਾਸ਼ਾ ਵਿਭਾਗ ਨੂੰ ਵਧੇਰੇ ਸਾਧਨ ਮੁਹੱਈਆ ਕੀਤੇ ਜਾਣ। ਸਮੁੱਚੇ ਤੌਰ 'ਤੇ ਇਹਨਾਂ ਸਾਰੇ ਕਾਰਜਾਂ ਨੂੰ ਤਾਂ ਹੀ ਸਿਰੇ ਚਾੜ੍ਹਿਆ ਜਾ ਸਕਦਾ ਹੈ ਜੇਕਰ ਪੰਜਾਬ ਸਰਕਾਰ ਦੀ ਆਪਣੀ ਸਪਸ਼ਟ ਸਿੱਖਿਆ, ਭਾਸ਼ਾ ਅਤੇ ਸੱਭਿਆਚਾਰ ਸੰਬੰਧੀ ਨੀਤੀ ਹੋਵੇ ਅਤੇ ਉਸ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵਿੱਚ ਲੋੜੀਂਦੀ ਰਾਜਨੀਤਿਕ ਇੱਛਾ ਵੀ ਹੋਵੇ। ਇੱਕ ਵਾਰ ਮੈਂ ਫਿਰ ਸਾਰੇ ਵਿਦਿਆਰਥੀਆਂ ਦਾ, ਪ੍ਰਿੰਸੀਪਲ ਸਾਹਿਬ ਦਾ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਂ ਬੋਲੀ ਦਿਵਸ ਦੇ ਅੱਜ
ਇਹ ਜਿਹੜੀ ਕਾਨਫਰੰਸ ਜਥੇਬੰਦ ਕੀਤੀ ਆ, ਤੇ ਖਾਸ ਕਰਕੇ ਮੈਂ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਸ਼ੁਕਰੀਆ। ਮੈਂ ਬੇਨਤੀ ਕਰੂੰਗਾ ਜੀ ਸ਼੍ਰੀ ਸਤਨਾਮ ਸਿੰਘ ਜੀ ਮਾਣਕ, ਔਰ ਸਾਨੂੰ ਹਮੇਸ਼ਾ ਇਹ ਸੇਧ ਦਿੰਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਗਲਤ ਵਿੱਚ, ਸ਼ਾਇਦ ਉਹਨਾਂ ਦਾ ਸਿੱਟਾ ਜੀ ਅੱਜ ਇੱਥੇ ਖੜੇ ਹੋਏ। ਜ਼ੋਰਦਾਰ ਤਾੜੀਆਂ ਦੇ ਨਾਲ ਸ਼੍ਰੀ ਸਤਨਾਮ ਸਿੰਘ ਜੀ ਮਾਣਕ ਜੀ।